ਅੱਛਾ ਜੀ ਭੈਣੋ ਤੇ ਭਾਈਓ ਮੋਚਿਓ ਤੇ ਨਾਈਓ ਸਭ ਨੂੰ ਮੇਰਾ ਸਲਾਮ ਜਨਾਬ। ਅਸਲਾਮ ਵਾਲੇਕੁਮ, ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਅੱਜ ਦਾ ਵਲੌਗ ਜ਼ਰਾ ਗੌਰ ਨਾਲ ਸੁਣਨਾ ਜੀ, ਵੇਖ ਕੇ ਤੇ ਬੜਾ ਮਜ਼ਾ ਆਏਗਾ। ਮਜ਼ਾ ਨਾ ਆਇਆ ਤੇ ਸਾਰੇ ਪੈਸੇ ਵਾਪਸ ਜਨਾਬ, ਸੂਦ ਸਮੇਤ। ਉਰਦੂ ਦਾ ਇੱਕ ਲਫ਼ਜ਼ ਹੈ ਲਾਨ ਤਰਾਣੀਆਂ, ਜਿਹੜਾ ਕਿ ਦੋ ਲਫ਼ਜ਼ਾਂ ਦਾ ਮਜਮੂ ਹੈ। ਦੋਵਾਂ ਲਫ਼ਜ਼ਾਂ ਨੂੰ ਇਕੱਠੇ ਰੱਖੋ ਜੇ ਕਦੇ ਤੇ ਫਿਰ ਤੁਸੀਂ ਜਨਾਬ ਇਸ ਲਫ਼ਜ਼ ਨੂੰ ਆਪਣੀਆਂ ਮਾਵਾਂ ਭੈਣਾਂ ਦੇ ਸਾਹਮਣੇ ਵੀ ਕਹਿ ਸਕਦੇ ਹੋ, ਗੁਆਂਢੀਆਂ ਦੇ ਸਾਹਮਣੇ ਵੀ ਕਹਿ ਸਕਦੇ ਹੋ, ਟੀਵੀ ਉੱਤੇ ਵੀ ਕਹਿ ਸਕਦੇ ਹੋ ਤੇ ਪੋਸ਼ੀਦਾ ਔਰ ਸਾਹਮਣੇ ਵੀ ਕਹਿ ਸਕਦੇ ਹੋ। ਮਗਰ ਜੇ ਤੇ ਤੁਸੀਂ ਇਹਨਾਂ ਦੋਵਾਂ ਲਫ਼ਜ਼ਾਂ ਨੂੰ ਅਲੱਗ ਕਰ ਦਿਓ ਫਿਰ ਤੁਸੀਂ ਇਹ ਲਫ਼ਜ਼ ਆਪਣੀ ਕਿਸੇ ਲੰਗੋਟੀਏ ਯਾਰ ਔਰ ਆਪਣੀ ਜ਼ਨਾਨੀ ਤੋਂ ਇਲਾਵਾ ਕਿਸੇ ਨੂੰ ਕਹਿਣ ਦੇ ਕਾਬਿਲ ਨਹੀਂ ਰਹਿੰਦੇ ਜਨਾਬ। ਇਸ ਕੀਤੇ ਬੜੇ ਮਜ਼ੇ ਦਾ ਲਫ਼ਜ਼ ਹੈ। ਇਹਦੀ ਤਸ਼ਰੀਹ ਵੀ ਬੜੇ ਮਜ਼ੇ ਦੀ ਹੈ। ਪੁਰਾਣੇ ਜ਼ਮਾਨੇ 'ਚ ਹੁੰਦੇ ਸਨ ਬਾਦਸ਼ਾਹ, ਤੇ ਬਾਦਸ਼ਾਹ ਨੇ ਜਨਾਬ ਨਾਲ ਰੱਖੇ ਹੁੰਦੇ ਸਨ ਕੁਝ ਬੰਦੇ ਤਾਰੀਫਾਂ ਕਰਨ ਵਾਲੇ, ਜਿਹੜੇ ਕਿ ਬਾਦਸ਼ਾਹ ਸਲਾਮਤ ਦੀਆਂ ਤਾਰੀਫਾਂ ਕਰਦੇ ਸਨ। ਤੇ ਪੰਜਾਬੀ 'ਚ ਉਹਨਾਂ ਨੂੰ ਆਉਂਦੇ ਸਨ ਪੰਡ, ਸਾਡੀ ਦੇਸੀ ਜ਼ਬਾਨਾਂ 'ਚ ਉਹਨਾਂ ਨੂੰ ਆਉਂਦੇ ਸਨ ਕੰਜਰ ਜਾਂ ਤਮਾਸ਼ਾਈ, ਕਿ ਜਿਹੜੇ ਜਨਾਬ ਕਹਿੰਦੇ ਸਨ ਕਿ ਅੱਜ ਬਾਦਸ਼ਾਹ ਸਲਾਮਤ ਨੇ ਸਾਹ ਲਿਆ ਨਾ ਤੇ ਜਨਾਬ ਐਡਾ ਤੂਫਾਨ ਦਾ ਸਾਹ ਸੀ ਕਿ ਨਾਲੋਂ ਬੂਟੇ ਪੱਟੇ ਗਏ ਤੇ ਲੋਕੀ ਹੱਸਦੇ ਵੀ ਹੁੰਦੇ ਸਨ ਔਰ ਬਾਦਸ਼ਾਹ ਦਾ ਵਕਾਰ ਬੁਲੰਦ ਵੀ ਹੁੰਦਾ ਸੀ। ਲਾਂਤ ਰਾਣੀਆਂ ਦਾ ਤਰਜੁਮਾ ਮੈਂ AI ਇੰਟੈਲੀਜੈਂਸ ਕੋਲੋਂ ਪੁੱਛਿਆ ਜਾਂ ਆਪਣੇ ਕਾਇਆ ਕੁਕੜੀ ਚੌਰ ਕੋਲੋਂ ਪੁੱਛਿਆ ਤੇ ਕਾਇਆ ਕੁਕੜੀ ਚੌਰ ਸਾਹਿਬ ਨੇ ਫਰਮਾਇਆ ਕਿ ਜਨਾਬ ਲਾਂਤ ਰਾਣੀਆਂ ਜਿਹੜਾ ਹੈ ਉਹ ਅਰਬੀ ਦੇ ਲਫ਼ਜ਼ ਲਾਂਤ ਰਾਣੀ ਦਾ ਮਫਹੂਮ ਹੈ, ਲਾਂਤ ਰਾਣੀ ਤੋਂ ਨਿਕਲਿਆ ਹੈ ਤੇ ਜਿਹਦਾ ਮਤਲਬ ਹੈ ਕਿ ਤੂੰ ਮੈਨੂੰ ਦੁਬਾਰਾ ਨਹੀਂ ਵੇਖੇਗਾ। ਲੇਕਿਨ ਉਰਦੂ ਵਿੱਚ ਇਹਨੂੰ ਇੱਕ ਹੋਰ ਮਤਲਬ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ। ਲਾਂਤ ਰਾਣੀਆਂ ਦਾ ਮਤਲਬ ਹੈ ਸ਼ੌਖੀ ਦੱਸਣਾ ਜਾਂ ਸ਼ੌ ਮਾਰਨਾ। ਤੇ ਇਸ ਲਫ਼ਜ਼ ਦੀ ਹਿਸਟਰੀ ਇਹ ਹੈ ਜਨਾਬ ਕਿ ਪੁਰਾਣੇ ਜ਼ਮਾਨੇ ਵਿੱਚ ਬਾਦਸ਼ਾਹਾਂ ਨੇ ਨਾਲ 2-4 ਬੰਦੇ ਰੱਖੇ ਹੁੰਦੇ ਸਨ ਜਿਨ੍ਹਾਂ ਦਾ ਕੰਮ ਹੁੰਦਾ ਸੀ ਸਿਰਫ ਬਾਦਸ਼ਾਹ ਸਲਾਮਤ ਦੀਆਂ ਤਾਰੀਫਾਂ ਦੇ ਪੁੱਲ ਬੰਨਣਾ। ਕਿ ਅੱਜ ਜਨਾਬ ਬਾਦਸ਼ਾਹ ਸਲਾਮਤ ਨੇ ਇੰਨੇ ਜ਼ੋਰ ਦਾ ਸਾਹ ਲਿੱਤਾ ਹੈ ਕਿ ਤੂਫਾਨ ਆ ਗਿਆ, ਛੋਟੇ-ਮੋਟੇ ਬੂਟੇ ਤੇ ਜਨਾਬ ਉਹ ਪੁੱਟੇ ਹੀ ਗਏ ਕਿ ਜਿਨ੍ਹਾਂ ਨੂੰ ਸੁਣ ਕੇ ਤੇ ਲੋਕੀ ਹੱਸਦੇ ਵੀ ਹੁੰਦੇ ਸਨ ਤੇ ਜਨਾਬ ਇੰਜੋਏ ਵੀ ਕਰਦੇ ਸਨ ਔਰ ਬਾਦਸ਼ਾਹ ਸਲਾਮਤ ਦੇ ਵਕਾਰ ਵਿੱਚ ਇਜ਼ਾਫਾ ਵੀ ਹੁੰਦਾ ਸੀ। ਸ਼ੌਕੀਆਂ ਮਾਰਦੇ ਸਨ, ਵਕਾਰ ਬਾਦਸ਼ਾਹ ਦਾ ਵਧਾਉਂਦੇ ਹੁੰਦੇ ਸਨ ਤੇ ਬਾਦਸ਼ਾਹ ਸਲਾਮਤ ਜਦੋਂ ਖੁਸ਼ ਹੁੰਦਾ ਸੀ ਤੇ ਉਹ ਜਨਾਬ ਉਹਨਾਂ ਉੱਤੇ ਇੱਕ ਹਾਰ ਜਾਂ ਸੋਨੇ ਦਾ ਕੋਈ ਸਿੱਕਾ ਜਾਂ ਟੁਕੜਾ ਸੁੱਟਦਾ ਹੁੰਦਾ ਸੀ ਤੇ ਉਹਨਾਂ ਇਨਾਮਾਤ ਦੇ ਨਸ਼ੇ ਵਿੱਚ, ਸੋਨੇ ਦੇ ਸਿੱਕਿਆਂ ਦੇ ਨਸ਼ੇ ਵਿੱਚ ਮਸ਼ਹੂਰ ਹੋ ਕੇ ਤੇ ਉਹ ਗਾਇਕ ਤਰਾਨੇ ਜਾਂ ਤਰਾਨੀਆਂ ਗਾਉਂਦਾ ਸੀ, ਨਗਮੇ ਗਾਉਂਦਾ ਸੀ, ਬਾਦਸ਼ਾਹ ਦੀਆਂ ਤਾਰੀਫਾਂ ਕਰਦਾ ਸੀ ਤੇ ਉਹਨੂੰ ਜਨਾਬ ਕਹਿੰਦੇ ਸਨ ਲਾਨ ਤਰਾਨੀਆਂ। ਕਿ ਜਨਾਬ ਇਹ ਗਾਇਕ ਹੁਣ ਲਾਨ ਤਰਾਨੀਆਂ ਗਾ ਰਹੇ, ਉਹਨਾਂ ਗਾਣਿਆਂ ਨੂੰ, ਉਹਨਾਂ ਗੀਤਾਂ ਨੂੰ, ਉਹਨਾਂ ਤਰਾਨੀਆਂ ਨੂੰ ਲਾਨ ਤਰਾਨੀਆਂ ਕਹਿੰਦੇ ਸਨ। ਮਤਲਬ ਹੈ ਕਿ ਤਰਾਨੀ ਜਿਹੜਾ ਲਫ਼ਜ਼ ਹੈ ਉਹ ਤਰਾਨੇ ਤੋਂ ਹੈ। ਬਾਦਸ਼ਾਹ ਦੀਆਂ ਤਾਰੀਫਾਂ ਵਿੱਚ ਗੀਤਾਂ ਦੇ ਛੋਟੇ-ਛੋਟੇ ਟੁਕੜੇ ਗਾਣਾ ਤੇ ਤਰਾਨੇ ਦੇ ਛੋਟੇ-ਛੋਟੇ ਟੁਕੜੇ, ਛੋਟੀਆਂ-ਛੋਟੀਆਂ ਤਰਾਨੀਆਂ ਗਾਣੀਆਂ, ਉਹਨਾਂ ਨੂੰ ਆਉਂਦੇ ਸਨ ਜਨਾਬ ਤਰਾਨੀਆਂ। ਤੇ ਜਿਹੜਾ ਗਾਇਕ ਜਾਂ ਗਾਣੇ ਵਾਲਾ ਉਹਨਾਂ ਤੋਹਫਿਆਂ ਦੇ ਨਸ਼ੇ ਕਿ ਜਿਹੜਾ ਬਾਦਸ਼ਾਹ ਉਹਨਾਂ ਉੱਤੇ ਸੁੱਟਦਾ ਸੀ, ਮਸ਼ਹੂਰ ਹੁੰਦਾ ਸੀ, ਉਹ ਨਸ਼ੇ ਵੱਡੀਆਂ ਸੁੱਟਦਾ ਸੀ, ਬਾਦਸ਼ਾਹ ਦੀਆਂ ਵੱਡੀਆਂ ਤਾਰੀਫਾਂ ਕਰਦਾ ਸੀ ਕਿ ਜਨਾਬ ਬਾਦਸ਼ਾਹ ਸਲਾਮਤ ਨੇ ਸੱਤਾਂ ਦੇ ਸੱਤੇ ਬਰਿਆਤ ਨੂੰ ਫਤਹ ਕਰ ਲੈਣੇ ਨੇ, ਬਾਦਸ਼ਾਹ ਇੰਨਾ ਤਾਕਤਵਰ ਤੇ ਇੰਨੇ ਪੈਸੇ ਵਾਲੇ, ਉਹ ਜਨਾਬ ਹੁੰਦੀਆਂ ਸਨ ਲਾਨ ਤਰਾਨੀਆਂ। ਤੇ ਜਿਹੜਾ ਗਾਇਕ ਇਸ ਨਸ਼ੇ ਵਿੱਚ ਗਾ ਰਿਹਾ ਹੁੰਦਾ ਸੀ ਤੋਹਫਿਆਂ ਦੇ ਨਸ਼ੇ ਤੇ ਉਹਨੂੰ ਜਨਾਬ ਮਸ਼ਹੂਰ ਤੇ ਨਸ਼ੇ 'ਚ ਰਹਿਣ ਵਾਲੇ ਬੰਦੇ ਨੂੰ ਤਸ਼ਬੀਹ ਦਿੱਤੀ ਜਾਂਦੀ ਸੀ ਪਹਿਲੇ ਹਰਫ ਨਾਲ। ਉਹਦਾ ਬੰਦਾ ਨਾਮ ਹੀ ਨਹੀਂ ਲੈ ਸਕਦਾ। ਤੇ ਜਿਹੜੇ ਤਰਾਨੇ ਹੁੰਦੇ ਸਨ ਉਹਨਾਂ ਨੂੰ ਆਉਂਦੇ ਸਨ ਤਰਾਨੀਆਂ ਤੇ ਦੋਵੇਂ ਲਫ਼ਜ਼ ਮਿਲ ਕੇ ਬਣ ਜਾਂਦਾ ਸੀ ਜਨਾਬ ਲਾਨ ਤਰਾਨੀਆਂ। ਤੇ ਲਾਨ ਤਰਾਨੀਆਂ ਵਾਸਤੇ ਜਨਾਬ ਅਲੀ ਤੋਹਫਿਆਂ ਦਾ ਹੋਣਾ ਵੀ ਜ਼ਰੂਰੀ ਹੈ, ਉਸੂਲ ਦਾ ਹੋਣਾ ਵੀ ਜ਼ਰੂਰੀ ਹੈ, ਕੋਈ ਚੀਜ਼ ਹਾਸਲ ਹੋਣਾ ਵੀ ਜ਼ਰੂਰੀ ਹੈ। ਅਗਰ ਤੇ ਹਾਸਲ ਨਹੀਂ ਹੋਏਗੀ, ਅਗਰ ਤੇ ਬੰਦਾ ਐਵੇਂ ਨਸ਼ੇ 'ਚ ਹੋਏਗਾ, ਠੌਨ ਹੋਏਗਾ ਤੇ ਉਹਨੂੰ ਜਹਾਜ਼ ਆਖਣਗੇ ਜਾਂ ਨਸ਼ਈ ਆਖਣਗੇ। ਠੀਕ ਹੈ ਜਨਾਬ, ਉਹਨੂੰ ਲਾਨ ਤਰਾਨੀਆਂ ਗਾਣ ਵਾਲਾ ਪਹਿਲਾ ਹਰਫ ਨਹੀਂ ਕਹਿ ਸਕਦੇ। ਤੇ ਜਿਹੜੇ ਤਰਾਨੇ ਨੇ ਅਗਰ ਕੋਈ ਗਾਏ ਵੈਸੇ ਖਲੋ ਕੇ ਗਾਉਂਦਾ ਤੇ ਵੱਡੀਆਂ ਸੁੱਟੇ ਤੇ ਉਹਨਾਂ ਨੂੰ ਜਨਾਬ ਚਵਲਾ ਆਖਣਗੇ, ਲਾਨ ਤਰਾਨੀਆਂ ਨਹੀਂ ਆਖਣਗੇ। ਲਾਨ ਤਰਾਨੀਆਂ ਵਾਸਤੇ ਜਿੱਦਾਂ ਕਿ ਹਰਫ ਦੋ ਲਫ਼ਜ਼ਾਂ ਦਾ ਮਜਮੂ ਹੈ, ਇਦਾਂ ਕਿ ਉਹ ਲਫ਼ਜ਼ ਪੂਰਾ ਵੀ ਦੋਵਾਂ ਮਤਲਬਾਂ ਨਾਲ ਹੁੰਦਾ ਹੈ। ਇੱਕ ਗਾਇਕ ਜਿਹੜਾ ਕਿ ਤੋਹਫਿਆਂ ਦੇ ਨਸ਼ੇ 'ਚ ਹੁੰਦਾ ਹੈ, ਸ਼ਰਾਬ ਦੇ ਨਸ਼ੇ 'ਚ ਨਹੀਂ, ਤੋਹਫਿਆਂ ਦੇ ਨਸ਼ੇ 'ਚ, ਤੇ ਦੂਜਾ ਉਸ ਨਸ਼ੇ 'ਚ ਉਹ ਜਿਹੜੀਆਂ ਤਰਾਨੀਆਂ ਗਾਉਂਦਾ ਹੈ, ਜਿਹੜੇ ਨਗਮੇ ਗਾਉਂਦਾ ਹੈ, ਉਹਨਾਂ ਨੂੰ ਆਉਂਦੇ ਨੇ ਜਨਾਬ ਲਾਨ ਤਰਾਨੀਆਂ। ਲਿਹਾਜ਼ਾ ਤੋਹਫਿਆਂ ਦਾ ਔਰ ਉਸੂਲ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਲੇਕਿਨ ਇੱਥੇ ਇਹ ਵਾਲੀ ਗੱਲ ਜਨਾਬ ਚਾਹ ਵਾਲਾ ਸਾਹਿਬ ਤੇ ਸਾਡੇ CM ਸਾਹਿਬ, ਅਫਰੀਦੀ ਸਾਹਿਬ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਉਹ ਜਨਾਬ ਸਿਰਫ ਐਵੇਂ ਹੀ ਨਸ਼ੇ 'ਚ ਗਾਈ ਜਾਂਦੇ ਨੇ ਤੇ ਵੈਸੇ ਹੀ ਸੁੱਕੇ ਨਸ਼ੇ ਖਾਮ ਹਟੋਨ ਹੋ ਕੇ ਤੇ ਗਾਣੇ ਗਾਣ ਨੂੰ, ਤਰਾਨੀਆਂ ਗਾਣ ਨੂੰ ਲਾਨ ਤਰਾਨੀਆਂ ਨਹੀਂ ਕਹਿੰਦੇ ਜਨਾਬ। ਬਿਲਕੁਲ ਇਦਾਂ ਹੀ ਜਨਾਬ ਬਗੈਰ ਕਿਸੇ ਉਸੂਲ ਤੋਂ ਚਾਹ ਵਾਲਾ ਸਾਹਿਬ ਨੇ ਤਰਾਨੀਆਂ ਗਾਈਆਂ ਤੇ ਉਹਦਾ ਅਸਰ ਕੀ ਹੋਇਆ ਕਿ ਜਨਾਬ ਮਦਰ ਆਫ ਆਲ ਡੀਲਸ, ਸਾਰੀਆਂ ਡੀਲ ਦੀ ਮਾਂ, ਇਹਨੇ ਐਸੀ ਕੀਤੀ ਐਸੀ ਕਰ ਦੇਣੀ ਹੈ ਤੇ ਉਹਨੇ ਡੀਲ ਨੇ ਐਸੀ ਕੀਤੀ ਐਸੀ ਪਹਿਲਾਂ ਕਰ ਦਿੱਤੀ ਜਨਾਬ। ਤੋਹਫੇ ਦੇ ਉਸੂਲ ਤੋਂ ਪਹਿਲੇ ਹੀ, ਹਾਰ ਵਸੂਲ ਹੋਣ ਤੋਂ, ਸਿੱਕੇ ਵਸੂਲ ਹੋਣ ਤੋਂ ਪਹਿਲੇ ਹੀ ਤੇ ਸਿੱਕਿਆਂ ਦੇ ਨਸ਼ੇ ਆਉਣ ਤੋਂ ਪਹਿਲੇ ਹੀ ਜਿਹੜੇ ਉਹਨੇ ਗੀਤ ਗਾਏ ਉਹਨਾਂ ਦਾ ਨੁਕਸਾਨ ਹੋਇਆ। ਕੀ ਨੁਕਸਾਨ ਹੋਇਆ ਜਨਾਬ? ਹਿੰਦੁਸਤਾਨ ਵਿੱਚ ਕੱਲ ਹੀਰੋ ਮੋਟਰਸ ਦੇ ਸ਼ੇਅਰ 2.26% ਡਿੱਗ ਪਏ ਤੇ ਟਾਟਾ ਮੋਟਰਸ ਦੇ ਸ਼ੇਅਰ 2.4% ਡਿੱਗ ਪਏ, ਸਿਰਫ ਇਹ ਖਬਰ ਚੱਲਣ ਦੀ ਵਜ੍ਹਾ ਤੋਂ। ਤੇ ਅੱਜ ਉਹਨਾਂ ਦੀ ਸਟਾਕ ਮਾਰਕੀਟ ਤੇ ਕੀ ਅਸਰ ਹੋਇਆ ਕਿ ਸਟਾਕ ਮਾਰਕੀਟ ਆਲਮੋਸਟ ਕ੍ਰੈਸ਼ ਕਰ ਗਈ ਹੈ ਤੇ ਅੱਜ ਮਾਰੂਤੀ ਸੁਜ਼ੂਕੀ ਦੇ ਸ਼ੇਅਰ 1.6% ਹੋਰ ਡਿੱਗ ਪਏ ਨੇ ਤੇ ਟਾਟਾ ਮੋਟਰਸ ਦੇ ਸ਼ੇਅਰ ਹਾਲੇ ਤੱਕ 5% ਹੋਰ ਡਿੱਗ ਪਏ ਨੇ ਜਨਾਬ। ਉਹਦੇ ਇਲਾਵਾ ਹੁੰਡਾਈ ਮੋਟਰਸ ਦੇ ਸ਼ੇਅਰ 4% ਤੇ ਮਹਿੰਦਰਾ ਕੰਪਨੀ ਦੇ ਸ਼ੇਅਰ ਜਿਹੜੇ ਨੇ ਉਹ ਵੀ ਜਨਾਬ ਤਕਰੀਬਨ 4% ਹਾਲੇ ਤੱਕ ਡਿੱਗ ਚੁੱਕੇ ਨੇ। ਵਜ੍ਹਾ ਕੀ ਹੈ? ਇਹ ਜਿਹੜੇ ਗੋਰੇ ਹੈ ਨਾ ਜਨਾਬ, ਬੜੀ ਸਿਆਣੀ ਕੌਮ ਹੈ। ਸਾਰੀ ਦੁਨੀਆ 'ਚ ਆਖਿਆ ਜਾਂਦਾ ਹੈ ਕਿ ਜਨਾਬ ਦੁਨੀਆ 'ਚ ਜਿਹੜੇ ਜ਼ਹੀਨ ਤਰੀਨ ਲੋਕ ਪੈਦਾ ਹੁੰਦੇ ਨੇ ਉਹ ਹਿੰਦੁਸਤਾਨ ਤੇ ਪਾਕਿਸਤਾਨ ਜਾਂ ਮੁਲਕਾਂ 'ਚ ਪੈਦਾ ਹੁੰਦੇ ਨੇ। ਕਿਉਂਕਿ ਸਾਰੀ ਦੁਨੀਆ 'ਚ ਬਿਹਤਰੀਨ ਡਾਕਟਰਸ ਜਿਹੜੇ ਨੇ ਉਹ ਇਹਨਾਂ ਹੀ ਮੁਲਕਾਂ 'ਚੋਂ ਆਉਂਦੇ ਨੇ। ਲੇਕਿਨ ਉਹ ਡਾਕਟਰਸ ਆ ਕੇ ਕੰਮ ਕਿਹਨਾਂ ਅੱਗੇ ਕਰਦੇ ਨੇ, ਤਨਖਾਹ ਕਿਹਨਾਂ ਕੋਲੋਂ ਲੈਂਦੇ ਨੇ, ਨੌਕਰੀ ਕਿਹਨਾਂ ਅੱਗੇ ਕਰਦੇ ਨੇ? ਇਹਨਾਂ ਹੀ ਗੋਰਿਆਂ ਅੱਗੇ, ਜਿਹਨਾਂ ਦੇ ਦਿਮਾਗ ਸਾਡੇ ਕੋਲੋਂ ਜ਼ਿਆਦਾ ਤੇਜ਼ ਚੱਲਦੇ ਨੇ। ਇਹ ਲੋਕੀ ਜਿਹੜੇ ਹੈ ਨੇ ਨਾ,
ਇਹਨਾਂ ਕੋਲ ਬੈਠੋ ਤੇ ਜਨਾਬ ਇਹਨਾਂ ਨੇ ਅਗਲੇ 5 ਤੋਂ 10 ਸਾਲ ਪਲਾਨ ਕੀਤੇ ਹੁੰਦੇ ਨੇ ਕਿ ਮੈਂ ਨੈਕਸਟ ਈਅਰ ਅਮਰੀਕਾ ਜਾਣਾ ਹੈ, ਉਹਦੇ ਤੋਂ ਅਗਲੇ ਸਾਲ ਮੈਂ ਫਿਰਨ ਵਾਸਤੇ ਥਾਈਲੈਂਡ ਜਾਣਾ ਹੈ, ਉਹਦੇ ਤੋਂ ਅਗਲੇ ਸਾਲ ਮੈਂ ਕੈਨੇਡਾ ਜਾਣਾ ਹੈ, ਉੱਥੇ ਜਨਾਬ ਜ਼ਮੀਨ ਲੈਣੀ ਹੈ, ਉਹਦੇ ਤੋਂ ਅਗਲੇ ਸਾਲ ਮੈਂ ਇੰਨੇ ਪੈਸੇ ਦੀ ਬਚਤ ਕਰਨੀ ਹੈ ਤੇ ਮੈਂ ਇਹ ਕਰਨਾ ਹੈ। ਇਹਨਾਂ ਨੇ ਪੂਰਾ ਇੱਕ ਮਹੀਨੇ ਦਾ ਅਗਲੇ 5 ਸਾਲ ਦਾ ਪਲਾਨ ਬਣਾਇਆ ਹੁੰਦਾ ਹੈ ਤੇ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਨਾਬ ਅਗਲੀ ਸੁਬਾਹ ਸਾਨੂੰ ਕੀ ਕਰਨਾ ਹੈ, ਭਾਂਡੇ ਧੋਣ ਤੋਂ ਇਲਾਵਾ, ਨੌਕਰੀ ਤੋਂ ਇਲਾਵਾ। ਤੇ ਇਹਨਾਂ ਗੋਰਿਆਂ ਨੇ ਜਿਹੜਾ ਮੁਆਹਿਦਾ ਕੀਤਾ ਹੈ ਉਹ ਮੁਆਹਿਦਾ ਕੀ ਹੈ? ਉਹ ਮੁਆਹਿਦੇ ਦੀਆਂ ਤੇ ਜਨਾਬ ਤਲਾਨੀਆਂ ਵੀ ਨਹੀਂ ਗਈਆਂ ਜਾ ਸਕਦੀਆਂ। ਮੇਰੇ ਜੇ ਹਰ ਬੰਦੇ ਨੂੰ ਪਤਾ ਹੈ ਕਿ ਜਿਹੜਾ ਯੂਰਪ ਵਿੱਚ ਰਹਿੰਦਾ ਹੈ ਕਿ ਜਨਾਬ ਹਿੰਦੁਸਤਾਨ ਤੋਂ ਬਾਹਰ ਐਕਸਪੋਰਟ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ। ਚਾਵਲ ਹੁੰਦਾ ਹੈ, ਆਟਾ ਆਉਂਦਾ ਹੈ, ਅਸੀਂ ਇਹਨਾਂ ਦਾ ਬਾਸਮਤੀ ਚਾਵਲ ਖਾਂਦੇ ਹਾਂ। ਬਾਸਮਤੀ ਚਾਵਲ ਹਿੰਦੁਸਤਾਨ ਤੋਂ ਤੇ ਪਾਕਿਸਤਾਨ ਤੋਂ ਔਰ ਬੰਗਲਾਦੇਸ਼ ਤੋਂ ਪੂਰੀ ਦੁਨੀਆ 'ਚ ਜਾਂਦਾ ਹੈ। ਅਸੀਂ ਇਹਨਾਂ ਦਾ ਜਨਾਬ ਆਟਾ ਖਾਂਦੇ ਹਾਂ, ਖਾਣ ਦੀਆਂ ਕੁਝ ਚੀਜ਼ਾਂ ਤੇ ਜ਼ਰਾਤ। ਇਹ ਮਜ਼ਾ ਜੂਸ ਜਿਹੜਾ ਤੁਹਾਨੂੰ ਹਰ ਮਾਰਕੀਟ ਵਿੱਚ ਲੱਭ ਜਾਂਦਾ ਹੈ, ਇਹ ਹਿੰਦੁਸਤਾਨ ਦੇ। ਮੈਂ ਵੀ ਸਾਰੇ ਸਮਝਦਾ ਸੀ ਕਿ ਪਾਕਿਸਤਾਨ ਦੀ ਪ੍ਰੋਡਕਟ ਹੈ, ਲੇਕਿਨ ਨਹੀਂ, ਹਿੰਦੁਸਤਾਨ ਦੇ। ਇਹ ਸਾਰਾ ਮਾਲ ਕਿੱਥੋਂ ਆਉਂਦਾ ਹੈ ਜਨਾਬ? ਹਿੰਦੁਸਤਾਨ ਤੋਂ। ਔਰ ਇਹਦੇ ਉੱਤੇ ਠੀਕ ਠਾਕ ਟੈਕਸ ਹੈ। ਔਰ ਇਸ ਮੁਆਹਦੇ ਸਰਕਾਰ ਨੇ ਫੈਸਲਾ ਕੀ ਕੀਤਾ ਕਿ ਇਹਨਾਂ ਉੱਤੇ ਟੈਕਸ ਬਰਕਰਾਰ ਰਹੇਗਾ। ਇਹ ਚੀਜ਼ਾਂ ਅਸੀਂ ਤੁਹਾਨੂੰ ਯੂਰਪ ਵਿੱਚ ਵਿਦਆਊਟ ਟੈਕਸ ਨਹੀਂ ਵੇਚਣ ਦੇਵਾਂਗੇ ਕਿ ਜਿਹੜੀਆਂ ਤੁਸੀਂ ਵੇਚ ਰਹੇ ਹੋ। ਹਾਂ, ਕੱਪੜੇ ਦੀ ਮਾਰਕੀਟ ਦਾ ਥੋੜਾ ਫਾਇਦਾ ਜ਼ਰੂਰ ਹੋਣਾ ਹੈ ਕਿਉਂਕਿ ਕੱਪੜਾ ਇਸ ਟਾਈਮ ਯੂਰਪ ਵਿੱਚ ਤਕਰੀਬਨ 35% ਬੰਗਲਾਦੇਸ਼ ਤੋਂ ਆ ਰਿਹਾ ਹੈ। ਉਹਦਾ ਫਾਇਦਾ ਇਹਨਾਂ ਨੂੰ ਹੋ ਸਕਦਾ ਹੈ, ਉਹਦੇ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਇਦਾ ਵੀ ਨਹੀਂ ਜਨਾਬ। ਮੁਆਹਿਦਾ ਕੀ ਹੈ? ਬੇਸਿਕਲੀ ਮੁਆਹਿਦਾ ਇਹ ਹੈ ਕਿ ਅਸੀਂ ਜਹਾਜ਼, ਗੱਡੀਆਂ, ਟਰੈਕਟਰ, ਮਸ਼ੀਨਰੀ, ਤੇਲ ਤੇ ਇਦਾਂ ਦੀਆਂ ਚੀਜ਼ਾਂ ਬਗੈਰ ਟੈਕਸਿਸ ਤੋਂ ਵੇਚ ਸਕਾਂਗੇ। ਜ਼ਰਾਤ ਉਹਦੇ ਸ਼ਾਮਲ ਨਹੀਂ ਹੈ। ਪਲਾਸਟਿਕ ਤੇ ਲੋਹਾ ਤੇ ਸਟੀਲ ਜਿਹੜੇ ਹਿੰਦੁਸਤਾਨ ਦੇ ਚੈਨਲ ਦੱਸ ਰਹੇ ਨੇ ਉੱਥੋਂ ਆਏਗਾ। ਉਹ ਨਾਲ ਵਾਲੀਆਂ ਛੋਟੇ ਕੰਟਰੀਜ਼ ਤੋਂ ਆ ਜਾਂਦਾ ਹੈ। ਫੈਕਟਰੀਜ਼ ਉੱਥੇ ਲੱਗੀਆਂ ਹੋਈਆਂ ਨੇ। 5 ਮੁਲਕ ਇਦਾਂ ਦੇ ਨੇ ਕਿ ਜਿਨ੍ਹਾਂ ਨੇ ਯੂਰਪ ਵਿੱਚ ਨਾ ਹੋਣੇ ਦੇ ਬਾਵਜੂਦ ਆਪਣੀ ਕਰੰਸੀ ਯੂਰੋ ਰੱਖੀ ਹੋਈ ਹੈ। ਕਿਉਂ? ਕਿਉਂਕਿ ਉੱਥੇ ਇਹਨਾਂ ਲੋਕਾਂ ਨੇ ਬੇਹਿਸਾਬ ਫੈਕਟਰੀਆਂ ਖੋਲੀਆਂ ਹੋਈਆਂ ਨੇ ਜਿੱਥੇ ਇਹ ਚੀਜ਼ਾਂ ਬਣਾਉਂਦੇ ਨੇ। ਇਹ ਪਲਾਸਟਿਕ ਦੀਆਂ ਚੀਜ਼ਾਂ ਇਹਨਾਂ ਨੇ ਹਿੰਦੁਸਤਾਨ ਤੋਂ ਨਹੀਂ ਮੰਗਵਾਉਣੀਆਂ ਤੇ ਲੋਟਾ ਇੱਕ ਹਿੰਦੁਸਤਾਨ ਤੋਂ ਆ ਗਿਆ ਜੀ, ਨਾਲ ਚਿਪ ਦਾ ਐਡਾ ਕਿਰਾਇਆ ਲਾ ਕੇ ਤੇ ਇਹਨਾਂ ਕਰਕੇ ਨਹੀਂ। ਇਹਨਾਂ ਨੇ ਆਪਣੇ ਫਾਇਦੇ ਦੀ ਡੀਲ ਕੀਤੀ ਹੈ ਕਿ ਟਰੈਕਟਰਸ ਉਤੇ, ਗੱਡੀਆਂ ਉਤੇ, ਜਹਾਜ਼ਾਂ ਉਤੇ 0% ਟੈਕਸ ਹੋਏਗਾ। ਤੇ ਹਿੰਦੁਸਤਾਨ ਕਿੰਨੇ ਕੋ ਜਹਾਜ਼ ਬਣਾ ਰਿਹਾ ਹੈ ਤੁਸੀਂ ਦੱਸੋ ਜਨਾਬ? ਇਹ ਸ਼ੋਸ਼ਾ ਹੈ, ਚਾਲੇ ਦੀ ਸ਼ੋਸ਼ਾ ਹੈ ਚਾਹੇ ਵਾਲੇ ਸਰਕਾਰ ਦੀ। ਇਹ ਗੱਲ ਉਹਨਾਂ ਨੂੰ ਚੰਗੀ ਤਰ੍ਹਾਂ ਤੇ ਪਤਾ ਹੈ ਕਿ ਜਨਾਬ ਇਹ ਸ਼ੋਸ਼ਾ ਹੈ। ਇਹਦਾ ਫਾਇਦਾ ਸਿਰਫ ਔਰ ਸਿਰਫ ਯੂਰਪ ਨੂੰ ਹੋਣਾ ਹੈ ਅਗਰ ਤੇ ਡੀਲ ਅੱਗੇ ਵਧੀ ਤੇ। ਡੀਲ ਹਾਲੇ ਵੀ ਸਾਲ ਬਾਅਦ ਹੋਣੀ ਹੈ। ਡੀਲ ਦਾ ਸਿਰਫ ਐਲਾਨ ਕਰਨ ਨਾਲ, ਸੁੱਕੀ ਲੰਤਰਾਣੀ ਗਾਣ ਨਾਲ, ਲਾਂ ਤੋਂ ਬਗੈਰ ਤਰਾਨੀ ਗਾਣ ਨਾਲ ਕੀ ਹੋਇਆ ਜਨਾਬ? ਸਟਾਕ ਮਾਰਕੀਟ ਕ੍ਰੈਸ਼ ਕਰ ਗਈ। ਅੰਬਾਨੀ ਪਰੇਸ਼ਾਨ ਹੋਇਆ ਬੈਠੇ। ਟਾਟਾ ਮੋਟਰਸ ਦੇ ਸ਼ੇਅਰ ਡਿੱਗ ਪਏ। ਉਹਨਾਂ ਦੀ ਇਕਨੋਮੀ ਤੇ ਸਭ ਤੋਂ ਵੱਡਾ ਜਿਹੜਾ ਅਸਰ ਹੈ ਉਹ ਇਹਨਾਂ ਹੀ ਵੱਡੀਆਂ ਫੈਮਲੀਆਂ ਦੇ। ਉਹ ਇਸ ਟਾਈਮ ਤਬਾਹੀ ਦਾ ਸ਼ਿਕਾਰ ਹੋ ਰਹੀਆਂ ਨੇ। ਕਿਹਦੀ ਵਜ੍ਹਾ ਤੋਂ? ਇਹ ਚਾਹ ਵਾਲੇ ਦੀ ਬੇਵਕੂਫੀ ਦੀ ਵਜ੍ਹਾ ਤੋਂ। ਉਹਨਾਂ ਦੀਆਂ ਪ੍ਰੋਡਕਟਸ ਇੱਥੇ ਆਉਣਗੀਆਂ ਕਿ ਜਿਹੜੀਆਂ ਇੱਥੇ ਆਉਂਦੀਆਂ ਨੇ ਜ਼ਿਆਦਾਤਰ ਪ੍ਰੋਡਕਟਸ ਉਹਨਾਂ ਉੱਤੇ ਟੈਕਸ ਹੋਏਗਾ। ਉਹੀ ਟੈਕਸ ਰਹੇਗਾ ਕਿ ਜਿਹੜਾ ਹੈ ਤੇ ਜਿਹੜੀਆਂ ਚੀਜ਼ਾਂ ਇਹ ਬਣਾਉਂਦੇ ਨੇ ਹਿੰਦੁਸਤਾਨ ਵਿੱਚ ਬਣਦੀਆਂ ਹੀ ਨਹੀਂ, ਉਹ ਟੈਕਸ ਫ੍ਰੀ ਹੋਣਗੀਆਂ। ਟਰੈਕਟਰ ਟੈਕਸ ਫ੍ਰੀ, ਗੱਡੀਆਂ ਟੈਕਸ ਫ੍ਰੀ, ਮਰਸੀਡੀਜ਼ ਟੈਕਸ ਫ੍ਰੀ, BMW ਟੈਕਸ ਫ੍ਰੀ, ਫੋਕਸਵਾਗਨ ਟੈਕਸ ਫ੍ਰੀ। ਜਿੰਨੀਆਂ ਵੀ ਚੀਜ਼ਾਂ ਇੱਥੇ ਬਣਦੀਆਂ ਨੇ ਗੱਡੀਆਂ ਉਹ ਟੈਕਸ ਫ੍ਰੀ। ਜਿਹੜੀਆਂ ਉੱਥੋਂ ਆਉਂਦੀਆਂ ਨੇ ਚਾਵਲ ਟੈਕਸ ਨਾਲ, ਦਾਲਾਂ ਟੈਕਸ ਨਾਲ, ਆਟਾ ਟੈਕਸ ਨਾਲ ਤੇ ਬਾਕੀ ਕਾਫੀ ਸਾਰੀਆਂ ਚੀਜ਼ਾਂ ਟੈਕਸ ਦੇ ਨਾਲ। ਪਿਛਲੀ ਦਫਾ ਜਿਹੜੀ ਅਮਰੀਕਾ ਨਾਲ ਡੀਲ ਨਾ ਹੋਣ ਦੀ ਰੀਜ਼ਨ ਸੀ ਉਹ ਸਿਰਫ ਔਰ ਸਿਰਫ ਡੇਅਰੀ ਦੀਆਂ ਚੀਜ਼ਾਂ ਸਨ ਕਿਉਂਕਿ ਹਿੰਦੂ ਸਰਕਾਰ ਗਾਉ ਨੂੰ, ਦੇਸੀ ਗਾਉ ਨੂੰ ਮਾਤਾ ਮੰਨਦੇ ਨੇ। ਉਹਨਾਂ ਨੇ ਵਲੈਤੀ ਮਾਤਾ ਦਾ ਦੁੱਧ ਪੀਣਾ ਨਹੀਂ ਹੈ। ਆਪਣੀ ਮਾਤਾ ਦੀ ਤੇ ਆਪਣੇ ਭਗਵਾਨ ਦੀ ਵੈਲਿਊ ਦੇ ਕੰਮ ਨਹੀਂ ਕਰਨੀ ਹੈ। ਇਸ ਮਾਰੇ ਡੇਅਰੀ ਦੀ ਮਸਨੂਆਤ ਤੇ ਉਹਨਾਂ ਦਾ ਐਗਰੀਮੈਂਟ ਨਹੀਂ ਹੋ ਸਕਿਆ। ਲੇਕਿਨ ਜ਼ਰਾਤ ਦੇ ਬਾਰੇ ਕੋਈ ਇਖਤਲਾਫ ਨਹੀਂ ਸੀ। ਹੁਣ ਜ਼ਰਾਤ ਤੇ ਵੀ ਮੁਕੰਮਲ ਟੈਕਸ ਲੱਗੇਗਾ। ਸਿਰਫ ਮਸ਼ੀਨਰੀ ਟੈਕਸ ਫ੍ਰੀ ਹੈ। ਤੁਸੀਂ ਮੈਨੂੰ ਆਪੋ ਦੱਸੋ ਜਨਾਬ ਕਿ ਭਾਰਤ ਕਿੰਨੇ ਕੋ ਜਹਾਜ਼ ਬਣਾ ਰਿਹਾ ਹੈ? ਇੱਕ ਜਹਾਜ਼ ਉਹਦੇ ਵਿੱਚ ਵੀ ਰੂਸ ਦੇ ਇੰਜਣ ਤੇ ਪੁਰਜ਼ੇ ਪਤਾ ਨਹੀਂ ਇਜ਼ਰਾਈਲ ਦੇ ਤੇ ਕਿੱਥੋਂ ਉਹ ਵੀ ਜਨਾਬ ਡਿੱਗ ਕੇ ਤੇ ਦੁਬਈ ਚੋਂ ਤਬਾਹ ਹੋ ਗਿਆ। ਕਿੰਨੀਆਂ ਕੁ ਕੁਆਲਿਟੀ ਵਾਲੀਆਂ ਗੱਡੀਆਂ ਭਾਰਤ ਆਪਣੀਆਂ ਬਣਾ ਰਿਹਾ ਹੈ ਕਿ ਜਿਨ੍ਹਾਂ ਨੂੰ ਉਹ ਯੂਰਪ ਵਿੱਚ ਐਕਸਪੋਰਟ ਕਰ ਸਕੇਗਾ। ਮਾਰੂਤੀ ਸੁਜ਼ੂਕੀ ਛੋਟੀ ਜਿਹੀ ਗੱਡੀ ਹੈ, ਉਹਦੀ ਵੈਲਿਊ ਡਾਊਨ ਹੋ ਰਹੀ ਹੈ। ਉਹਦੀ ਆਲਰੇਡੀ 5% ਜਿਹੜੀ ਕੀਮਤ ਡਿੱਗ ਪਈ ਹੈ। ਅੱਗੇ ਆਪਾਂ ਸੋਚ ਲਓ ਜਨਾਬ। ਇਹ ਗੋਰੇ ਸਾਡੇ ਤੋਂ ਬਾਲੇ ਸਿਆਣੇ ਨੇ। ਉਹ ਚਾਹ ਵਾਲੇ ਨੂੰ ਉਂਗਲੀਆਂ ਤੇ ਨਚਾਉਣ ਵਾਲੇ ਨੇ। ਇਹ ਜਨਾਬ ਤਰਾਨੀਆਂ ਜਿਹੜੀਆਂ ਗਾਉਂਦੇ ਨੇ ਨਾ ਲੰਨ ਤੋਂ ਬਗੈਰ, ਉਹਦਾ ਕੋਈ ਫਾਇਦਾ ਨਹੀਂ। ਇਹ ਦੋਵੇਂ ਲਫ਼ਜ਼ ਇਕੱਠੇ ਹੋਣ ਉਹਨਾਂ ਦਾ ਮੈਨੀ ਚੰਗਾ ਬਣਦਾ ਹੈ। ਕੋਈ ਤੋਹਫੇ ਵਸੂਲ ਕਰੋ ਤੇ ਫਿਰ ਗਾਣੇ ਗਾਓ ਤੇ ਫਿਰ ਤਰਾਨੀਆਂ ਗਾਓ, ਉਹਨਾਂ ਦੀ ਕੋਈ ਵੈਲਿਊ ਹੋਏਗੀ। ਅਦਰਵਾਈਜ਼ ਇਹ ਅਨਪੜ੍ਹ ਚਾਹੇ ਵਾਲੀ ਸਰਕਾਰ ਵਾਲਾ ਹਿਸਾਬ ਜਨਾਬ ਤੁਹਾਡੇ ਨਾਲ ਵੀ ਹੋ ਜਾਣਾ। ਤੇ ਤੁਸੀਂ ਆਪ ਦੱਸੋ ਜੇ ਪਾਕਿਸਤਾਨ ਯੂਰਪ ਨੂੰ ਇਹ ਆਖੇ ਕਿ ਅਸੀਂ ਚਾਵਲਾਂ ਉੱਤੇ ਵੀ ਟੈਕਸ ਤੁਹਾਨੂੰ ਦੇਵਾਂਗੇ, ਜ਼ਰਾਤ ਉੱਤੇ ਵੀ ਟੈਕਸ ਦੇਵਾਂਗੇ, ਕਪਾਹ ਉੱਤੇ ਵੀ ਟੈਕਸ ਦੇਵਾਂਗੇ ਤੇ ਮਾਦਨੀਆਤ ਉੱਤੇ ਵੀ ਟੈਕਸ ਦੇਵਾਂਗੇ ਤੇ ਪਾਕਿਸਤਾਨ ਦੀਆਂ ਜਿੰਨੀਆਂ ਵੀ ਐਕਸਪੋਰਟਸ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਉੱਤੇ ਟੈਕਸ ਅਸੀਂ ਤੁਹਾਨੂੰ ਦੇਵਾਂਗੇ ਤੇ ਤੁਸੀਂ ਆਪਣੀਆਂ ਗੱਡੀਆਂ ਆ ਕੇ ਪਾਕਿਸਤਾਨ ਵਿੱਚ 0% ਟੈਕਸ ਉੱਤੇ ਵੇਚੋ ਤੇ ਯੂਰਪ ਇਹ ਐਗਰੀਮੈਂਟ ਸਾਈਨ ਕਰੇਗਾ ਜਾਂ ਨਹੀਂ ਕਰੇਗਾ? ਆਪੋ ਦੱਸਣਾ ਜੇ ਇਮਾਨਦਾਰੀ ਦੇ ਨਾਲ। ਇਸ ਟਾਈਮ ਉੱਤੇ ਪਾਕਿਸਤਾਨ ਵਿੱਚ ਯੂਰਪ ਦੀਆਂ ਗੱਡੀਆਂ ਉੱਤੇ 300% ਟੈਕਸ ਹੈ। 1000 ਯੂਰੋ ਦੀ ਗੱਡੀ 4000 ਯੂਰੋ ਦੀ ਲੱਗਦੀ ਉੱਤੇ ਟੈਕਸ ਦੇਣ ਤੋਂ ਬਾਅਦ। ਤੇ ਕਿਆ ਗੋਰਿਆਂ ਨੇ ਕੋਈ ਘੱਟ ਦਾ ਸੌਦਾ ਕੀਤਾ ਹੈ? ਨਹੀਂ। ਚਾਹ ਵਾਲੀ ਸਰਕਾਰ ਨੇ ਸਿਰਫ ਦੁਨੀਆ ਨੂੰ ਦੱਸਣੇ ਵਾਸਤੇ ਚਵਲ ਇੱਕ ਮਾਰੀ ਹੈ
ਤੇ ਉਹ ਚਵਲ ਵੀ ਕਾਮਯਾਬ ਹੋਣੀ ਹੈ ਜਾਂ ਨਹੀਂ ਹੋਣੀ, ਉਹਦਾ ਪਤਾ ਵੀ ਜਾ ਕੇ ਜਨਾਬ 1 ਸਾਲ ਬਾਅਦ ਲੱਗਣਾ ਹੈ। ਉਹਦੇ ਬਾਅਦ ਦੂਜੀ ਗੱਲ ਔਰ ਬੜੀ ਅਹਿਮ ਗੱਲ ਉਹ ਕੀ ਹੈ ਜਨਾਬ, ਉਹ ਸਾਡੀ ਦੋਈ ਤਰਾਨੀਆਂ ਗਾਉਣ ਵਾਲੀ ਸਰਕਾਰ ਦੀ ਗੱਲ ਹੈ, ਸਾਡੇ ਸੀਐਮ ਅਫਰੀਦੀ ਸਾਹਿਬ ਦੀ ਹੁਕੂਮਤ ਦੀ ਗੱਲ। ਉਹ ਜਨਾਬ ਕੀ ਆਂਦੇ ਨੇ ਜੀ ਤੁਸੀਂ ਆਪਰੇਸ਼ਨ ਬੰਦ ਕਰੋ, ਨਹੀਂ ਕਰੋਗੇ ਤੇ ਹਮ ਇਹ ਕਰ ਦੇਗਾ, ਹਮ ਉਹ ਕਰ ਦੇਗਾ। ਅਸੀਂ ਜਾ ਕੇ ਉਹਨਾਂ ਦੇ ਘਰ ਉਹਨਾਂ ਦੇ ਅੱਗੇ ਰੋਏ ਆ, ਉਹਨਾਂ ਦੇ ਦੁੱਖ ਦਰਦ ਅਸੀਂ ਸਮਝਨੇ ਆ। ਲੇਕਿਨ ਹੁਕੂਮਤ ਨੇ ਕੀ ਕੀਤਾ, ਹੁਕੂਮਤ ਨੇ ਜਨਾਬ ਤੋਹਫੇ ਸੁੱਟੇ। ਜਿਹੜਾ ਬੰਦਾ ਆਪਰੇਸ਼ਨ ਦੀ ਵਜ੍ਹਾ ਤੋਂ ਘਰ ਛੱਡ ਕੇ ਗਿਆ ਉਹਦੇ ਵਾਸਤੇ 2.5 ਲੱਖ ਰੁਪਇਆ। ਤੇ ਦੂਜੀ ਗੱਲ ਅਪ੍ਰੈਲ ਤੱਕ ਆਪਰੇਸ਼ਨ ਜਾਰੀ ਰਹਿਣਾ। ਜਿਹੜਾ ਬੰਦਾ ਘਰ ਤੋਂ ਬਾਹਰ ਰਹੇਗਾ ਉਹਨੂੰ 50,000 ਯੂਰੋ ਮਹੀਨਾ ਵੀ ਮਿਲੇਗਾ। ਤੇ ਟੀਵੀ ਉੱਤੇ ਕਿੰਨੀ ਵਾਰ ਆਇਆ ਜਨਾਬ ਕਿ ਇਹ ਕੌਣ ਲੋਕ ਨੇ, ਤੀਰਾਂ 'ਚ ਰਹਿਣ ਵਾਲੇ ਖਾਨਾ ਬਦੋਸ਼, ਜਿਹੜੇ ਕਿ ਸਰਦੀਆਂ ਹੈ ਪਹਾੜਾਂ ਤੋਂ ਥੱਲੇ ਆ ਜਾਂਦੇ ਨੇ। ਉਹਨਾਂ ਨੇ ਹੁਣ ਥੱਲੇ ਆ ਕੇ ਝੁੱਗੀ ਲਾਉਣੀ ਤੇ ਥੱਲੇ ਆ ਕੇ ਰਹਿਣਾ ਜਾਂ ਫਿਰ ਦੂਜੇ ਸ਼ਹਿਰ ਜਾ ਕੇ ਰਹਿਣਾ, ਉਹਨਾਂ ਵਾਸਤੇ ਬਰਾਬਰ ਹੋ ਗਿਆ। ਉਹਨਾਂ ਨੇ ਕੀ ਕੀਤਾ ਜਨਾਬ, ਆਪਣਾ ਸਾਮਾਨ ਵਧਿਆ 2.5 ਲੱਖ ਰੁਪਇਆ ਫੜਿਆ ਤੇ ਜਨਾਬ ਦੂਜੇ ਸ਼ਹਿਰ ਚਲਾ ਗਿਆ, ਕੂਚ ਕਰ ਗਿਆ, ਦੂਜੀ ਸਾਈਡ ਤੇ ਚਲੇ ਗਏ ਤੇ ਲੋਕਾਂ ਨੇ ਉਹਨਾਂ ਦੀਆਂ ਲੰਤਰਾਣੀਆਂ ਗਾਈਆਂ। ਫਿਰ ਅਫਰੀਦੀ ਸਾਹਿਬ ਨੇ ਕੀ ਕੀਤਾ, ਅਫਰੀਦੀ ਸਾਹਿਬ ਨੇ ਆ ਕੇ ਬੈਨ ਕੀਤੇ ਕਿ ਮੇਰੇ ਕਬੀਲੇ ਨਾਲ ਜ਼ਿਆਦਤੀ ਹੋ ਰਹੀ ਹੈ, ਮੇਰੇ ਲੋਕਾਂ ਨਾਲ ਜ਼ਿਆਦਤੀ ਹੋ ਰਹੀ ਹੈ। ਕੋਈ ਐਲਾਨ ਨਹੀਂ ਕੀਤਾ ਬਾਦਸ਼ਾਹ ਸਲਾਮਤ ਨੇ, ਕੋਈ ਹਾਰ ਨਹੀਂ ਸੁੱਟਿਆ, ਕੋਈ ਤੋਹਫਾ ਨਹੀਂ ਦਿੱਤਾ, ਬਿਲਕੁਲ ਵੀ ਇਹ ਨਹੀਂ ਕਿਹਾ ਕਿ ਜਿਹੜੇ ਲੋਕ ਮੁਤਾਸਰ ਹੋਏ ਨੇ ਇਸ ਵਜ੍ਹਾ ਤੋਂ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਾਣਗੇ, ਬਿਲਕੁਲ ਵੀ ਨਹੀਂ। 1 ਟਕਾ ਨਹੀਂ ਦਿੱਤਾ ਗਿਆ, 1 ਪੈਸੇ ਦਾ ਐਲਾਨ ਨਹੀਂ ਕੀਤਾ ਗਿਆ। ਸਿਰਫ ਗਾਇਕ ਤੇ ਕੰਜਰ ਆਸ-ਪਾਸ ਇਕੱਠੇ ਕੀਤੇ ਗਏ ਕਿ ਜਿਹੜੇ ਬਗੈਰ ਲਾਨ ਤੋਂ ਤਰਾਨੀਆਂ ਗਾ ਰਹੇ ਸਨ। ਜਨਾਬ ਇਹਦਾ ਕੋਈ ਫਾਇਦਾ ਵੀ ਨਹੀਂ। ਗਾਣ ਵਾਲਿਆਂ ਦੀਆਂ ਭੰਡਾਂ ਦੀਆਂ ਤਰਾਨੀਆਂ ਉਸੇ ਟਾਈਮ ਤੇ ਹਿੱਟ ਹੋਣਗੀਆਂ ਜਾਂ ਮਸ਼ਹੂਰ ਹੋਣਗੀਆਂ ਤੇ ਜਿਸ ਟਾਈਮ ਉੱਤੇ ਉਹਨਾਂ ਨੂੰ ਤੋਹਫੇ ਮਿਲਣਗੇ ਔਰ ਉਹ ਉਹਨਾਂ ਤੋਹਫਿਆਂ ਦੇ ਨਸ਼ੇ ਹੋ ਕੇ ਮਸ਼ਹੂਰ ਹੋ ਕੇ ਤਰਾਨੀਆਂ ਗਾਣਗੇ, ਉਹ ਓਰੀਜਨਲ ਤੇ ਰੀਅਲ ਲਾਨ ਤਰਾਨੀਆਂ ਹੋਣਗੀਆਂ ਜਨਾਬ। ਤੇ ਉਹਨਾਂ ਦਾ ਤੁਹਾਨੂੰ ਵੀ ਫਾਇਦਾ ਹੋਏਗਾ, ਲੋਕ ਵੀ ਖੁਸ਼ ਹੋਣਗੇ, ਤੁਹਾਡਾ ਵਕਾਰ ਵੀ ਵਧੇਗਾ ਤੇ ਸਰਕਾਰ ਵੀ ਖੁਸ਼ ਤੇ ਆਵਾਮ ਵੀ ਖੁਸ਼। ਇਹਨਾਂ ਨੂੰ ਆਂਦੇ ਨੇ ਜਨਾਬ ਲਾਨ ਤਰਾਨੀਆਂ। ਸਮਝ ਆ ਗਈ ਹੋਵੇ ਤੇ ਵੀਡੀਓ ਦੇ ਜ਼ਰੂਰ ਸ਼ੇਅਰ ਕਰਨਾ ਜਨਾਬ। ਮਜ਼ਾ ਨਾ ਆਇਆ ਹੋਵੇ ਜਨਾਬ ਤੇ ਦੱਸਣਾ ਜ਼ਰੂਰ, ਕਮੈਂਟ ਕਰਨਾ। ਸਾਰੇ ਪੈਸੇ ਵਾਪਸ ਫਿਰ ਬਾਕੀ ਦੀ ਗੱਲ ਨੈਕਸਟ टाइम होगी अगली वीडियो। पाकिस्तान जिंदाबाद, खुदा हाफिज़।